सत श्री अकाल। ਸਾਹਿਤਕ ਸੱਚ ਚੈਨਲ ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਅੰਮ੍ਰਿਤਾ ਪ੍ਰੀਤਮ ਦੁਆਰਾ ਰਚਿਤ ਕਵਿਤਾ ਕੰਨਿਆਦਾਨ ਲੈ ਕੇ ਹਾਜ਼ਰ ਹੋਏ ਹਾਂ। ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ, ਚੈਨਲ ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਦਾ ਬਟਨ ਵੀ ਦਬਾ ਸਕਦੇ ਹੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਹੁਣ ਤੱਕ ਜਾਰੀ ਕੀਤੀਆਂ ਲੈਕਚਰ ਲੜੀਆਂ ਵੀ ਸੁਣਦੇ ਰਹਿਣਾ ਅਤੇ ਆਪਣੀ ਕਲਾਸ ਦੇ ਸਿਲੇਬਸ ਸੰਬੰਧੀ ਸੰਪੂਰਨ ਜਾਣਕਾਰੀ ਹਾਸਿਲ ਕਰਦੇ ਰਹਿਣਾ। ਨਾਲ ਹੀ ਇਸ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਨਾ ਨਾ ਭੁੱਲਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਸਮੇਂ ਸਿਰ ਅਤੇ ਸੁਚਾਰੂ ਢੰਗ ਦੇ ਨਾਲ ਜਾਰੀ ਰੱਖ ਸਕਣ। ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਅੰਮ੍ਰਿਤਾ ਪ੍ਰੀਤਮ ਦੁਆਰਾ ਰਚਿਤ ਕਵਿਤਾ ਕੰਨਿਆਦਾਨ। ਇਸ ਕਵਿਤਾ ਦੇ ਵਿੱਚ ਕਵਿਤਰੀ ਨੇ ਸਾਡੇ ਸਮਾਜ ਦੇ ਵਿਆਹ ਪ੍ਰਬੰਧ ਜੋ ਹੈ, ਇਸ ਵਿਆਹ ਪ੍ਰਬੰਧ ਦੇ ਵਿੱਚ ਨਿਭਾਈ ਜਾਣ ਵਾਲੀ ਰਸਮ ਜੋ ਹੈ ਕੰਨਿਆਦਾਨ, ਉਸ ਨੂੰ ਆਧਾਰ ਬਣਾ ਕੇ ਇਸ ਕਵਿਤਾ ਦੀ ਸਿਰਜਣਾ ਕੀਤੀ ਹੈ ਔਰ ਬੜੇ ਵਿਅੰਗਾਤਮਕ ਅੰਦਾਜ਼ ਦੇ ਵਿੱਚ ਕੰਨਿਆਦਾਨ ਦੀ ਰਸਮ ਨੂੰ ਕਟਹਿਰੇ ਵਿੱਚ ਖਿਲਾਰਦਿਆਂ ਹੋਇਆਂ ਇਸ ਰਸਮ 'ਤੇ ਹੀ ਪ੍ਰਸ਼ਨ ਚਿੰਨ੍ਹ ਲਾਇਆ ਹੈ, ਇੱਕ ਸਵਾਲ ਖੜਾ ਕੀਤਾ ਹੈ। ਕਿਉਂਕਿ ਕੰਨਿਆਦਾਨ ਸ਼ਬਦ ਜੋ ਹੈ ਆਪਣੇ ਆਪ ਦੇ ਵਿੱਚ ਹੀ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਕੰਨਿਆ ਜੋ ਹੈ, ਇਸ ਦਾ ਦਾਨ ਭਾਵ ਕੰਨਿਆ ਕੋਈ ਵਸਤੂ ਹੈ ਜਾਂ ਕੰਨਿਆ ਕੋਈ ਜਾਨਵਰ ਹੈ ਜਿਸ ਦਾ ਦਾਨ ਕੀਤਾ ਜਾਣਾ ਹੈ। ਦਾਨ ਹੁੰਦਾ ਹੈ ਅੰਨ ਦਾ, ਦਾਨ ਹੁੰਦਾ ਹੈ ਧਨ ਦਾ, ਜਾਂ ਦਾਨ ਹੁੰਦਾ ਹੈ ਜਾਨਵਰਾਂ ਦਾ, ਜਿਵੇਂ ਪਸ਼ੂ ਗਊ ਦਾ ਦਾਨ ਕੀਤਾ ਜਾਂਦਾ ਹੈ। ਪਰ ਕੀ ਸਮਾਜ ਦਾ ਕੰਨਿਆ ਦੇ ਪ੍ਰਤੀ ਜੋ ਸਮਾਜ ਦਾ ਅੱਧਾ ਹਿੱਸਾ ਹੈ, ਉਸ ਨੂੰ ਦਾਨ ਕਰਨ ਦਾ ਜੋ ਨਜ਼ਰੀਆ ਹੈ ਉਹ ਕੰਨਿਆ ਦੇ ਜਾਂ ਨਾਰੀ ਦੇ ਪ੍ਰਤੀ ਉਸਦੇ ਦ੍ਰਿਸ਼ਟੀਕੋਣ ਨੂੰ ਹੀ ਦਰਸਾਉਂਦਾ ਹੈ। ਇਸ ਲਈ ਕਵਿਤਰੀ ਨੇ ਕੰਨਿਆਦਾਨ ਦੀ ਰਸਮ ਨੂੰ ਆਧਾਰ ਬਣਾ ਕੇ ਲਿਖਿਆ ਹੈ ਕਿ ਰੱਤੀ ਮਹਿੰਦੀ ਨਾਲ ਲਬੇੜੀ, ਸੂਹੇ ਸਾਲੂ ਵਿੱਚ ਲਪੇਟੀ, ਪੀਲੇ ਸੋਨੇ ਨਾਲ ਵਲੇਟੀ, ਮਾਸ ਦੀ ਬੋਟੀ ਕੁੱਖ ਦੀ ਬੇਟੀ। ਉਹ ਕਹਿ ਰਹੀ ਕਿ ਰੱਤੀ ਮਹਿੰਦੀ ਲਾਲ ਮਹਿੰਦੀ ਜੋ ਸ਼ਗਨਾਂ ਦਾ ਪ੍ਰਤੀਕ ਹੈ, ਜੋ ਹੱਥਾਂ 'ਤੇ ਰਚਾਈ ਜਾਂਦੀ ਹੈ, ਸਰੀਰ 'ਤੇ, ਹੱਥਾਂ 'ਤੇ, ਪੈਰਾਂ 'ਤੇ, ਰੱਤੀ ਮਹਿੰਦੀ ਦੇ ਨਾਲ ਸਰੀਰ ਨੂੰ ਲਬੇੜਿਆ ਨਹੀਂ ਜਾਂਦਾ। ਸੂਹੇ ਸਾਲੂ ਵਿੱਚ ਲਪੇਟੀ, ਠੀਕ ਇਸੇ ਤਰ੍ਹਾਂ ਸੂਹਾ ਸਾਲੂ ਜੋ ਹੈ ਇਹ ਵੀ ਸ਼ਗਨਾਂ ਦਾ ਪ੍ਰਤੀਕ ਹੈ ਔਰ ਸੂਹਾ ਸਾਲੂ ਧਾਰਨ ਕੀਤਾ ਜਾਂਦਾ ਹੈ, ਲਪੇਟਿਆ ਨਹੀਂ ਜਾਂਦਾ। ਪੀਲੇ ਸੋਨੇ ਨਾਲ ਵਲੇਟੀ, ਠੀਕ ਇਸੇ ਤਰ੍ਹਾਂ ਜੋ ਗਹਿਣਾ ਗੱਟਾ ਹੈ, ਜੋ ਵਸਤਰ ਨੇ, ਇਹ ਵੀ ਕਿਸੇ ਵਸਤੂ ਨੂੰ ਇਸ ਦੇ ਨਾਲ ਸ਼ਿੰਗਾਰਿਆ ਜਾਂਦਾ ਹੈ, ਸਜਾਇਆ ਜਾਂਦਾ ਹੈ। ਪਰ ਮਾਸ ਦੀ ਬੋਟੀ ਕੁੱਖ ਦੀ ਬੇਟੀ, ਪਰ ਸਾਡੇ ਸਮਾਜ ਦੇ ਕਰਤਾ ਧਰਤਾ ਜੋ ਨੇ ਉਹ ਆਪਣੇ ਮਾਸ ਦੀ ਬੋਟੀ ਤੋੜ ਕੇ ਆਪਣੀ ਭਾਵ ਜੋ ਕੁੱਖ ਦੀ ਬੇਟੀ ਹੈ, ਆਪਣੀ ਕੁੱਖੋਂ ਜਾਈ ਧੀ ਨੂੰ ਇਸ ਤਰ੍ਹਾਂ ਮਹਿੰਦੀ ਦੇ ਨਾਲ ਲਬੇੜ ਕੇ, ਇੱਕ ਤਰ੍ਹਾਂ ਦੇ ਨਾਲ ਲਬੇੜਨਾ ਭਾਵ ਇੱਕ ਤਰ੍ਹਾਂ ਦੇ ਨਾਲ ਤ੍ਰਿਗੋ ਜੋਰੀ, ਮਜਬੂਰੀ ਵਸ, ਜਾਂ ਇੱਕ ਅਜਿਹਾ ਕਹਿ ਸਕਦੇ ਹਾਂ ਕਿ ਜਿਵੇਂ ਮਹਿੰਦੀ ਜਿਹੜੀ ਹੈ ਸ਼ਗਨਾਂ ਦੇ ਨਾਲ ਰਚਾਈ ਜਾਂਦੀ ਹੈ, ਪਰ ਮਹਿੰਦੀ ਦੇ ਨਾਲ ਲਬੇੜਨਾ ਅਸਲ ਦੇ ਵਿੱਚ ਇਸ ਸਮਾਜ ਦੀ ਉਸ ਮਾਨਸਿਕਤਾ ਨੂੰ ਪ੍ਰਗਟਾਉਂਦਾ ਹੈ ਕਿ ਜਿਹੜਾ ਸਮਾਜ ਧੀਆਂ ਨੂੰ ਇੱਕ ਬੋਝ ਸਮਝਦਾ ਹੈ, ਇੱਕ ਪਰਾਇਆ ਧਨ ਸਮਝਦਾ ਹੈ, ਇੱਕ ਨਿਰਜੀਵ ਵਸਤੂ ਸਮਝਦਾ ਹੈ। ਇਸ ਲਈ ਉਹਨਾਂ ਨੂੰ ਇੱਕ ਵਸਤੂ ਦੇ ਵਾਂਗ ਸ਼ਿੰਗਾਰ ਕੇ, ਜਿਵੇਂ ਮੂਰਤੀ ਨੂੰ ਸ਼ਿੰਗਾਰਿਆ ਜਾਂਦਾ ਹੈ, ਮੂਰਤੀ ਨਿਰਜੀਵ ਹੁੰਦੀ ਹੈ, ਠੀਕ ਇਸੇ ਤਰ੍ਹਾਂ ਕੰਨਿਆ ਨੂੰ ਵੀ ਨਿਰਜੀਵ ਵਸਤੂ ਦੇ ਵਾਂਗ ਸ਼ਿੰਗਾਰ ਕੇ ਗਹਿਣੇ ਗੱਟੇ ਦੇ ਨਾਲ, ਸੂਏ ਕੱਪੜਿਆਂ ਦੇ ਨਾਲ, ਮਹਿੰਦੀ ਦੇ ਨਾਲ, ਅਤੇ ਉਸ ਦਾ ਦਾਨ ਕਰ ਦਿੰਦੇ ਹਨ। ਵਾਹਵਾ ਦਾਨੀ ਵਾਹਵਾ ਦਾਤੇ ਕਿੱਡੇ ਕਰਮ ਕਮਾਣ। ਕਵਿਤਰੀ ਨੇ ਇੱਥੇ ਬੜਾ ਹੀ ਵਿਸਮਕ ਚਿੰਨ੍ਹ, ਬੜੀ ਹੈਰਾਨੀਜਨਕ ਸਥਿਤੀ ਦੇ ਵਿੱਚ ਲਿਖਿਆ ਹੈ ਕਿ ਵਾਹ ਵਾਹ, ਕਿਆ ਬਾਤ ਹੈ, ਸ਼ਾਬਾਸ਼, ਇਹ ਦਾਨੀ ਲੋਕ ਹਨ। ਆਪਣੇ ਆਪ ਨੂੰ ਇਹ 21ਵੀਂ 22ਵੀਂ ਸਦੀ ਦੇ ਜੋ ਦਾਨੀ ਲੋਕ ਅਖਵਾ ਰਹੇ ਹਨ। ਵਾਹ ਵਾਹ ਦਾਤੇ, ਔਰ ਦਾਤੇ ਦਾ ਕਿਰਦਾਰ ਹੈ, ਭਾਵ ਆਪਣੇ ਆਪ ਨੂੰ ਬਹੁਤ ਵੱਡੇ ਦਾਨਵੀਰ ਸਮਝਦੇ ਹਨ। ਕਿੱਡੇ ਕਰਮ ਕਮਾਣ, ਔਰ ਕਿੱਡੇ ਮਹਾਨ ਕਰਮ ਕਰ ਰਹੇ ਹਨ ਕਿ ਆਪਣੀਆਂ ਕੁੱਖੋਂ ਜਾਈਆਂ ਧੀਆਂ ਜੋ ਹਨ ਉਹਨਾਂ ਨੂੰ ਹੀ ਦਾਨ ਕਰ ਰਹੇ ਹਨ। ਕੰਨਿਆ ਦਾਨ ਦਾ ਉਹਨੂੰ ਨਾਮ ਦਿੱਤਾ ਹੈ, ਜਿਹੜੀ ਝੋਲੀ ਤੱਕਣ ਉਹ ਹੀ ਪ੍ਰਵਾਨ। ਔਰ ਕੰਨਿਆ ਦੀ ਮਰਜ਼ੀ ਅਨੁਸਾਰ ਨਹੀਂ, ਬਲਕਿ ਆਪਣੀ ਮਰਜ਼ੀ ਅਨੁਸਾਰ ਜਿੱਥੇ ਜੀ ਚਾਹਿਆ, ਜਿੱਥੇ ਉਹਨਾਂ ਦਾ ਮਨ ਹੋਇਆ, ਜਿੱਥੇ ਉਹਨਾਂ ਦੀ ਹਉਮੈ ਜਿਹੜੀ ਹੈ ਉਹਨਾਂ ਨੂੰ ਇਜਾਜ਼ਤ ਦਿੰਦੀ ਹੈ, ਭਾਵ
जो वर टोलिया है वो कन्या दे हाण प्रवाण का नहीं बल्कि उन्हां दे खुद दे हाण प्रवाण का, खुद की सोच दे नाल मिलदा जुलदा, भाव धन दौलत होनी चाहिए है। वर जो है वो काणा है, कोझा है, लंगड़ा है, लूला है, इस वाल कोई तवज्जो नहीं। सिर्फ अपनी मन मर्जी अनुसार जिथे उन्हां दी हौमे नूं पट्ठे पैंदे हन, करदे जांदे दान, खटदे जांदे पुन, गंगा दा इशनान। इस तरह अपनियां धीआं जो हन वो कन्यादान दी रस्म अधीन उन्हां दा दान करदे जा रहे हैं और अजिहा करके वो सोचते हैं कि उन्होंने बहुत वड्डा पुण्य खट लिया है। गंगा का इशनान, भाव गंगा इशनान जो है बहुत वड्डा इसका महात्म समझिया जाता है। पवित्र इशनान, पवित्र कर्म, ठीक इस तरह कन्यादान की रस्म निभा के भी वो एक तरह के नाल अपने आप नूं सुरखरू होया महसूस करते हैं, अपने आप नूं हौला होया महसूस करते हैं, सिर तो भार लै गया, बोझ लै गया महसूस करते हैं। अजे भी पए समझाण इस महात्म तक ना पहुँचे कोई दाना दा दान, और अजे भी उन्हां दी सोच जिहड़ी है वो इन्नी अविकसित है कि अजे भी वो ये समझाउंदे हन इस समाज दे करते धरते समाज नूं कि इस महात्म भाव कन्यादान जिड्डा जो महात्म है, इस जिड्डा तां होर दुनिया का कोई महात्म, कोई पुण्य का सवाब का कर्म हो ही नहीं सकता। महादाना सिरदान, कन्यादान जो है ये महादान भाव सारिया दानां नालों सब तो सर्वोत्तम दान है। किहड़ा? कन्यादान। कन्यादान होए कल्याण, और ये कन्यादान करके होए कल्याण। ये कल्याण कन्या का नहीं बल्कि उन्हां दा अपना कल्याण हुंदा है। भाव वो सोचते हैं कन्यादान करके वो सुरखरू हो गए हैं, वो अपनियां जिम्मेवारियों तो मुक्त हो गए हैं, विले हो गए हैं, उन्हां दा भला हो गया है। और इस दे विच कन्या का भला होया है या नहीं होया, इस दे नाल उन्हां दा कोई सरोकार नहीं है। हीरा कदे ना कूए, गऊ कदे ना बोले, कन्या बेजुबान। फिर उसने दूजे पासे ये भी कहा है कि ये जो रस्मां हन ये वो अपनी मर्जी अनुसार, ये विच उस कन्या की कोई मर्जी ना उन्होंने पूछी है और ना उस कन्या नूं दस्सण दा कोई अधिकार ही समाज ने दिता है। हीरा कदे ना कूए, हीरा जो है दुनिया की सब तो कीमती धातु है, पर वो अपनी कीमत खुद बोल के नहीं लाउंदा, सगों जिहड़ा भी उसनूं खरीद लवे, जिहड़ा भी उसनूं लै जावे उसदे कोल ही वो भाव वो उसनूं रख सकता है। गऊ कदे ना बोले, ठीक इस तरह गऊ जिहड़ी है ये भी पशु है, जुबान हुंदियां सुनदियां भी उहदे कोल बोलण दा जो कुदरती तौर ते वो शब्दां दे विच अपने मनोभावां नूं नहीं प्रगटा सकती। कन्या बेजुबान, ठीक इस तरह कन्या जो है ये भी हीरे वांग बड़ी कीमती है, पर अपनी कीमत जिहड़ी है बोल के दस नहीं सकती, क्योंकि समाज ने इसनूं ये अधिकार दिता ही नहीं। गऊ कदे ना बोले, ते गऊ वांग शांत सुभाਅ दी जो है जिवें गऊ जिहड़ी है दुधारू जीव है, वो पोषण करती है दूजिਆਂ ਦਾ, पालदी है दूजिਆਂ ਨੂੰ, ठीक यही स्थिति जिहड़ी है कन्या दी है। वो अजिहा इन्ना कुछ करन दे बावजूद भी अपने मनोभाव समाज नूं बोल के दस नहीं सकती। कन्या बेजुबान, और कन्या जो है उसनूं हीरे वांग गऊ वांग बेजुबान कर दिता गया है, जुबान दे होण दे बावजूद भी। बेजुबान भाव वो अपनी गल जिहड़ी है समाज नूं बोल के दस नहीं सकती, या दस क्यों नहीं सकती, क्योंकि समाज ने उसनूं अपने मनोभावां नूं प्रगटाउण दी आज़ादी दित्ती ही नहीं। और जे वो इस आज़ादी की वरतों करती है तो उसकी ये आवाज़ समाज सुनता ही नहीं। रज रज देवो दान दानियो, रज रज देवो दान। इस तरह आधुनिक दौर दे विच रहिंदियां होइयां भी कन्या दे प्रति, दुनिया के अद्धे हिस्से के प्रति भारतीय समाज के लोगों का जो नज़रिया है, जो रवैया है, उसनूं प्रगटाउंदियां होइयां कवित्री कह रही है कि रज रज देवो दान दानियो, रज रज दान दिओ दानियो। तुसीं अपने आप नूं दानी सज्जन कहवाउंदे हो, रज रज देवो दान, और दान भी की कन्यादान। कन्यादान एक बहुत बड़ा प्रश्न चिन्ह खड़ा कर रही है कि साडा समाज जो है वो बिना सोचे समझे, भाव सिर होने के बावजूद सिर की वरतों नहीं करता, बिना सोचे समझे जो पुरानियां रौह रीतां ने उन्होंने एज इट इज़ असी निभाउंदे आ रहे हाँ, उन्हां दी इस जमाने दे विच, इस युग दे विच वो रैलेवेंट है ने या नहीं, उन्हां दी जो है
ਮਹੱਤਤਾ ਅੱਜ ਦੇ ਦੌਰ ਦੇ ਵਿੱਚ ਕਿੰਨੀ ਕੁ ਹੈ, ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਅਸੀਂ ਉਮੀਦ ਕਰਦੇ ਹਾਂ ਕਿ ਵਿਦਿਆਰਥੀਆਂ ਨੂੰ ਕੰਨਿਆਦਾਨ ਕਵਿਤਾ ਅੰਮ੍ਰਿਤਾ ਪ੍ਰੀਤਮ ਦੀ ਜੋ ਹੈ ਬਹੁਤ ਹੀ ਸਪਸ਼ਟਤਾ ਦੇ ਨਾਲ ਸਮਝ ਆ ਗਈ ਹੋਵੇਗੀ। ਔਰ ਇਹ ਚੈਨਲ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ, ਜਾਂ ਇਸ ਚੈਨਲ ਦਾ ਤੁਹਾਡੀ ਪੜ੍ਹਾਈ ਦੇ ਵਿੱਚ ਕਿੰਨਾ ਕੁ ਯੋਗਦਾਨ ਜੋ ਹੈ ਸੁਚਾਰੂ ਢੰਗ ਦੇ ਨਾਲ ਪੈ ਰਿਹਾ ਹੈ, ਇਸ ਦੇ ਬਾਰੇ ਆਪਣਾ ਕਮੈਂਟ ਕਰਕੇ ਦੱਸ ਸਕਦੇ ਹੋ। ਅਤੇ ਨਾਲ ਹੀ ਇਸ ਚੈਨਲ ਨੂੰ, ਜੇਕਰ ਤੁਹਾਨੂੰ ਇਹ ਚੈਨਲ ਵਧੀਆ ਲੱਗ ਰਿਹਾ ਹੈ, ਅਤੇ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਹਿਣਾ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀ ਪੜ੍ਹਾਈ ਨੂੰ ਅੱਗੇ ਜਾਰੀ ਰੱਖ ਸਕਣ। ਅਤੇ ਨਾਲ ਹੀ ਵਿਦਿਆਰਥੀ ਇਸ ਗੱਲ ਵੱਲ ਜ਼ਰੂਰ ਧਿਆਨ ਦੇਣ ਕਿ ਵਿਆਖਿਆ ਕਿਵੇਂ ਕਰੀਏ ਵਾਲਾ ਵੀਡੀਓ ਇੱਕ ਚੈਨਲ ਦੇ ਉੱਤੇ ਪਹਿਲਾਂ ਅਪਲੋਡ ਕੀਤਾ ਗਿਆ ਸੀ, ਉਸ ਵੀਡੀਓ ਨੂੰ ਵੀ ਨਵੇਂ ਜੁੜੇ ਵਿਦਿਆਰਥੀ ਜ਼ਰੂਰ ਸੁਣ ਲੈਣ, ਤਾਂ ਜੋ ਤੁਹਾਨੂੰ ਸਪਸ਼ਟ ਹੋ ਸਕੇ ਕਿ ਕਿਸੇ ਵੀ ਕਵਿਤਾ ਦੀ ਵਿਆਖਿਆ ਕਰਨ ਦੇ ਲਈ ਕਿਹੜੇ-ਕਿਹੜੇ ਨੁਕਤਿਆਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ। ਉਮੀਦ ਹੈ ਕਿ ਉਹ ਵੀਡੀਓ ਵੀ ਤੁਸੀਂ ਜ਼ਰੂਰ ਵੇਖੋਗੇ। ਸੋ ਮਿਲਾਂਗੇ ਅਗਲੇ ਲੈਕਚਰ ਦੇ ਵਿੱਚ ਕੋਈ ਅਗਲਾ ਵਿਸ਼ਾ ਲੈ ਕੇ। ਤਦ ਤੱਕ ਲਈ ਇਜਾਜ਼ਤ। ਧੰਨਵਾਦ।